D4U न्यूज देख रहे तमाम दोस्तों को दीपक भंडारी का नमस्कार। आज किसानों के आंदोलन को दिल्ली शुरू हुए लगभग 52 दिन हो गए हैं। नेशनल इन्वेस्टिगेशन एजेंसी की ओर से 50 के करीब लोगों को नोटिस जारी किया गया है कि आखिरकार ये फंडिंग कहां से हो रही है, किसान इतनी अपना आंदोलन इतने दिनों तक कैसे चलाए हुए हैं। टेरर फंडिंग एंगल से राष्ट्रीय जांच एजेंसी ने किसान आंदोलन से जुड़े नेताओं और उनके करीबियों से पूछताछ करने के लिए उन्हें नोटिस जारी कर दिया है। एनआईए ने ट्रांसपोर्ट से जुड़े तमाम कारोबारियों को भी दिल्ली बुलाया है ताकि उनसे जांच की जा सके, पूछताछ की जा सके कि वह तो फंडिंग नहीं कर रहे हैं इस आंदोलन को। एनआरआई से भी कुछ एनआरआई ऐसे हैं जिनसे पूछताछ की जा रही है। अब सवाल यह है कि क्या केंद्र सरकार किसानों के इस आंदोलन को कुचलना चाहती है और वह सरकारी एजेंसियों का इस्तेमाल कर रही है। इन सब बातों को लेकर हम बात करेंगे। हमारे साथ हैं पंजाब हरियाणा हाई कोर्ट के सीनियर एडवोकेट संदीप गौरसी। गौरसी जी नमस्कार जी। नमस्कार जी, जय हिंद। गौरसी जी, ਤੁਸੀਂ ਕਿਸ ਐਂਗਲ ਨੂੰ ਦੇਖਦੇ ਹੋ ਕਿ ਐਨਆਈਏ ਦੇ ਵੱਲੋਂ ਇਸ ਵੇਲੇ 50 ਦੇ ਕਰੀਬ ਲੋਕਾਂ ਨੂੰ ਨੋਟਿਸ ਇਸ਼ੂ ਕੀਤਾ ਗਿਆ ਹੈ, ਜਿਹਦੇ 'ਚ ਤੁਹਾਨੂੰ ਨਹੀਂ ਲੱਗਦਾ ਵੀ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੈਂਟਰ ਗਵਰਨਮੈਂਟ ਵੱਲੋਂ? ਨਹੀਂ ਜੀ, ਮੈਨੂੰ ਇੰਜ ਨਹੀਂ ਲੱਗਦਾ ਕਿ ਐਨਆਈਏ ਵੱਲੋਂ ਜਿਹੜੀ ਹੈ ਉਹ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਜੇ ਤੁਸੀਂ ਚੰਗੀ ਤਰ੍ਹਾਂ ਵਾਚੋਗੇ ਤਾਂ ਤੁਹਾਨੂੰ ਇਹ ਗੱਲ ਪਤਾ ਲੱਗ ਜਾਏਗੀ ਕਿ ਜਿਹੜੀ ਐਨਆਈਏ ਨੇ ਨੋਟਿਸ ਦਿੱਤੇ ਹੈ ਉਹ ਤਕਰੀਬਨ 50 ਲੋਕਾਂ ਨੂੰ ਉਹਨਾਂ ਨੇ ਨੋਟਿਸ ਦਿੱਤੇ ਹੈ। ਔਰ 50 ਦੇ ਵਿੱਚੋਂ ਜਿਹੜੇ ਤਾਂ ਕਿਸਾਨ ਲੀਡਰ ਨੇ, ਜਿਹੜੇ 40 ਕਿਸਾਨ ਲੀਡਰ ਉੱਥੇ ਮੀਟਿੰਗ ਕਰਨ ਜਾਂਦੇ ਆ, ਉਹਨਾਂ ਵਿੱਚੋਂ ਸ਼ਾਇਦ 1-2 ਜਣਿਆਂ ਨੂੰ ਹੀ ਉਹਨਾਂ ਨੇ ਨੋਟਿਸ ਦਿੱਤਾ, ਬਾਕੀਆਂ ਨੂੰ ਨੋਟਿਸ ਨਹੀਂ ਦਿੱਤਾ। ਤੇ ਬਾਕੀ ਜਿਹੜੇ ਨੋਟਿਸ ਨੇ ਉਹ ਟਰਾਂਸਪੋਰਟਰਸ ਨੂੰ ਜਾਂ ਉੱਥੇ ਜਿਹੜੇ ਐਜੀਟੇਸ਼ਨ 'ਚ ਮੌਜੂਦ ਨੇ ਲੋਕ, ਉਹਨਾਂ ਨੂੰ ਦਿੱਤੇ ਗਏ ਆ। ਸੋ ਇਹਨੂੰ ਇਸ ਐਂਗਲ ਨਾਲ ਨਹੀਂ ਸੋਚਿਆ ਜਾ ਸਕਦਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਦਰ ਇਹਨੂੰ ਰਾਸ਼ਟਰ ਹਿੱਤ, ਰਾਸ਼ਟਰ ਸੁਰੱਖਿਆ ਦੇ ਐਂਗਲ ਨਾਲ ਵੀ ਸੋਚਿਆ ਜਾ ਸਕਦਾ ਹੈ, ਕਿਉਂਕਿ ਦੇਖੋ ਇਹੋ ਜਿਹਾ ਕੋਈ ਮੋਡਸ ਆਪਰੈਂਡੀ ਨਹੀਂ ਕਿ ਜਿਹਦੇ ਨਾਲ ਇਹ ਆਇਡੈਂਟੀਫਾਈ ਕਰ ਸਕੀਏ ਕਿ ਕਿਸਾਨ ਅੰਦੋਲਨ 'ਚ ਕਿਹੜਾ ਬੰਦਾ ਆਇਆ ਔਰ ਕਿਹੜਾ ਬੰਦਾ ਨਹੀਂ ਆਇਆ। ਸੋ ਸਾਰਿਆਂ ਦੀ ਆਇਡੈਂਟੀਫਿਕੇਸ਼ਨ ਜਾਂ ਸਾਰਿਆਂ ਦੀ ਜਾਣ ਪਛਾਣ ਪੋਸੀਬਲ ਨਹੀਂ। ਹਜ਼ਾਰਾਂ ਲੱਖਾਂ ਲੋਕ ਉੱਥੇ ਆਉਂਦੇ ਨੇ, ਹਜ਼ਾਰਾਂ ਲੱਖਾਂ ਲੋਕ ਬੈਠੇ ਨੇ, ਤਾਂ ਕੋਈ ਇਹੋ ਜਿਹਾ ਕ੍ਰਾਈਟੇਰੀਆ ਵੀ ਨਹੀਂ ਜਿਹਦੇ ਨਾਲ ਜਾਂਚ ਕਰ ਸਕੀਏ ਕਿ ਕਿਹੜਾ ਬੰਦਾ ਦੇਸ਼ ਹਿੱਤ 'ਚ ਉੱਥੇ ਬੈਠਾ, ਕਿਹੜਾ ਬੰਦਾ ਦੇਸ਼ ਹਿੱਤ 'ਚ ਨਹੀਂ ਬੈਠਾ। ਦੇਖੋ ਕਿਸਾਨ ਨਹੀਂ ਗੌਰਸੀ ਜੀ ਦਾ ਮਤਲਬ ਇਹ ਸਮਝਿਆ ਜਾਏ ਵੀ ਕਿਸਾਨਾਂ ਦੀ ਆਵਾਜ਼ ਨੂੰ ਸੈਂਟਰ ਸਰਕਾਰ ਵੱਲੋਂ ਇੱਕ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਇਹ ਜਿਹੜਾ ਟਾਈਮ ਹੈ ਇਹ ਗਲਤ ਚੁਣਿਆ ਗਿਆ ਹੈ। ਕਿਉਂਕਿ ਜਦੋਂ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਉੱਥੇ ਅੰਦੋਲਨ ਕਰ ਰਹੇ ਆ, ਉਹਨਾਂ ਦਾ ਇੱਕੋ ਇੱਕ ਡਿਮਾਂਡ ਹੈ ਕਿ ਇਹ ਕਾਨੂੰਨ ਰੱਦ ਕੀਤੇ ਜਾਣ। ਤੇ ਕਰੀਬ 9-10 ਬੈਠਕਾਂ ਹੋ ਚੁੱਕੀਆਂ, ਪਰ ਕਿਸਾਨ ਸੈਂਟਰ ਗਵਰਨਮੈਂਟ ਇਹ ਕਹਿ ਰਹੀ ਹੈ ਕਿ ਅਸੀਂ ਇਹ ਸੰਸ਼ੋਧਨ ਕਰਨ ਨੂੰ ਤਿਆਰ ਹਾਂ ਇਹਨਾਂ ਬਿੱਲਾਂ ਦੇ ਵਿੱਚ, ਪਰ ਅਸੀਂ ਵਾਪਸ ਨਹੀਂ ਲਵਾਂਗੇ, ਜਦਕਿ ਕਿਸਾਨ ਅੜੇ ਹੋਏ ਨੇ। ਔਰ ਇਸ ਕਰਕੇ ਇਸ ਅੰਦੋਲਨ ਨੂੰ ਕੁਚਲਣ ਲਈ ਸਰਕਾਰ ਵੱਲੋਂ ਇਹ ਐਨਆਈਏ ਦਾ ਸਹਾਰਾ ਲਿਆ ਗਿਆ। ਨਹੀਂ, ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਮੈਨੂੰ ਇੰਜ ਨਹੀਂ ਲੱਗਦਾ। ਮੇਰੀ ਨਿੱਜੀ ਰਾਏ ਹੈ, ਕੋਈ ਪਾਰਟੀ ਵਿਸ਼ੇਸ਼ ਦੀ ਰਾਏ ਨਹੀਂ, ਮੇਰੀ ਨਿੱਜੀ ਰਾਏ ਹੈ। ਮੈਨੂੰ ਨਹੀਂ ਲੱਗਦਾ ਕਿ ਐਨਆਈਏ ਦੀ ਜਿਹੜੀ ਐਕਟੀਵਿਟੀ ਹੈ ਉਹ ਮਤਲਬ ਦੀਪਕ ਜੀ ਤੁਸੀਂ ਕਹੋ ਕਿ ਕਿਸੇ ਕਿਸਾਨ ਅੰਦੋਲਨ ਨੂੰ ਸਪਰੈਸ ਕਰਨ ਦੀ ਕੋਸ਼ਿਸ਼ ਹੈ, ਕਿਉਂਕਿ ਸਪਰੈਸ ਵਾਲੀ ਗੱਲ ਹੈ ਨਹੀਂ। ਤੁਸੀਂ 5 ਲੱਖ ਲੋਕਾਂ ਨੂੰ ਸਪਰੈਸ ਨਹੀਂ ਕਰ ਰਹੇ ਸਪੈਸੀਫਿਕਲੀ। ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਪਰਮਾਤਮਾ ਨਾ ਕਰੇ ਕੋਈ ਅਣਸੁਖਾਵੀ ਘਟਨਾ ਘਟ ਜੇ, ਲੈਟ ਸਪੋਜ਼ ਉੱਥੇ ਕੁਝ ਇਹੋ ਜਿਹੀ ਵਾਰਦਾਤ ਹੋ ਜੇ, ਤਾਂ ਉਦੋਂ ਤੁਸੀਂ ਸਾਰੇ ਲੋਕਾਂ ਨੇ ਇਹ ਗੱਲ ਕਹਿਣੀ ਹੈ ਕਿ ਏਜੰਸੀਆਂ ਸੁੱਤੀਆਂ ਸੀ, ਏਜੰਸੀਆਂ ਨੇ ਕਿਉਂ ਨਹੀਂ ਕੰਮ ਕੀਤਾ। ਸੋ ਦੇਖੋ ਕਿਸਾਨਾਂ ਨੇ ਆਪਣੇ ਹੱਕ ਲਈ ਅੰਦੋਲਨ ਕੀਤਾ ਜੋ ਕਿ ਬਿਲਕੁਲ ਵਾਜਬ ਹੈ। ਆਪਣੇ ਹੱਕ ਮੰਗਣਾ ਲੋਕਤੰਤਰ ਦੇ ਵਿੱਚ, ਸੰਵਿਧਾਨ ਦੇ ਵਿੱਚ ਇਹਦੀ ਪ੍ਰੋਵੀਜ਼ਨਸ ਨੇ। ਸੋ ਹੱਕ ਮੰਗਣਾ ਕੋਈ ਗਲਤ ਗੱਲ ਨਹੀਂ, ਔਰ ਹੱਕ ਲਈ ਤੁਸੀਂ ਬੈਠਣਾ ਵੀ ਕੋਈ ਗਲਤ ਗੱਲ ਨਹੀਂ। ਪਰ ਤੁਹਾਡੇ ਅੰਦੋਲਨ ਦਾ ਕੋਈ ਹੋਰ ਦੇਸ਼ ਵਿਰੋਧੀ ਜਿਹੜੀਆਂ ਸੰਸਥਾਵਾਂ ਨੇ ਉਹ ਫਾਇਦਾ ਚੁੱਕ ਲੈਣ, ਤੁਹਾਡੇ ਅੰਦੋਲਨ ਦੇ ਕਰਕੇ ਕੋਈ ਦੇਸ਼ ਧਰੋਹ ਵਾਲੀ ਗੱਲ ਚੱਲ ਪਏ ਜਾਂ ਕੋਈ ਸਿਸਟਮ ਦੇ ਖਿਲਾਫ ਗੱਲ ਚੱਲ ਪਏ। ਦੇਖੋ ਮੈਂ ਗੱਲ ਕਹਿਣਾ, ਮੈਂ ਤਾਂ ਇਹਨੂੰ ਉਲਟਾ ਇਹ ਗੱਲ ਕਹਿਣਾ ਕਿ ਇਹ ਪਿਓ ਪੁੱਤਰ ਦੀ ਲੜਾਈ ਹੋ ਸਕਦੀ ਹੈ, ਇਹ ਬੈਠ ਕੇ ਵਿਚਾਰ ਵੀ ਹੋ ਸਕਦਾ ਕੱਲ ਨੂੰ ਕੇਂਦਰ ਸਰਕਾਰ ਕਿਸੇ ਗੱਲ ਤੇ ਆ ਵੀ ਜਾਵੇ, ਮੰਨ ਵੀ ਜਾਵੇ, ਪਰ ਉਹ ਮੌਕਾ ਪ੍ਰਸਤ ਲੋਕ ਜਿਹੜੇ ਇਸ ਵੇਲੇ ਕਿਸਾਨ ਅੰਦੋਲਨ ਦੇ ਵਿੱਚ ਆਪਣੇ ਇੰਟਰਸਟ ਵਾਚ ਕਰ ਰਹੇ ਹੈ ਔਰ ਆਪਣੀ ਮੂਵਮੈਂਟਸ ਜਿਹੜੀਆਂ ਐਂਟੀ ਨੈਸ਼ਨਲ ਮੂਵਮੈਂਟਸ ਨੇ ਉਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਜੇ ਐਨਆਈਏ ਵੱਲੋਂ ਕੋਈ ਨੋਟਿਸ ਕਿਸੇ ਨੂੰ ਭੇਜਿਆ ਗਿਆ ਤਾਂ ਮੇਰਾ ਖਿਆਲ ਹੈ ਜੇ ਕੋਈ ਸੱਚਾ ਆਦਮੀ ਹੈ ਤਾਂ ਉਹਨੂੰ ਬੇਖੌਫ ਹੋ ਕੇ ਐਨਆਈਏ ਕੋਲ ਪੇਸ਼ ਹੋਣਾ ਚਾਹੀਦਾ। ਵਰਸ਼ੀ ਜੀ ਤੁਸੀਂ ਕਿਹਾ, ਦੇਖੋ ਅੱਜ ਕਰੀਬ 52 ਦਿਨ ਹੋ ਗਏ ਨੇ, ਪਰ ਕਿਸਾਨਾਂ ਦਾ ਅੰਦੋਲਨ ਬੜਾ
ਸ਼ਾਂਤਮਈ ਤਰੀਕੇ ਨਾਲ ਚੱਲ ਜੀ, ਰਿਹਾ ਹੈ। ਜੀ। ਕਈ 50 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ ਹੈ, ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਜਿਹੜੀ ਐਂਟੀ ਨੈਸ਼ਨਲ ਅੱਜ ਤੱਕ ਦਿਖਦੀ ਹੋਵੇ ਜੀ। ਤੇ ਇਸ ਵੇਲੇ ਹੀ ਕਿਉਂ ਗਵਰਨਮੈਂਟ ਨੂੰ ਸੁਝਿਆ ਹੈ ਕਿ ਤੁਹਾਨੂੰ ਲੱਗਦਾ ਵੀ ਟਾਈਮ ਦਾ ਜਿਹੜਾ ਚੁਣਾਵ ਹੈ ਉਹ ਗਲਤ ਚੁਣਾਵ ਕੀਤਾ ਗਿਆ ਵੀ ਇਸ ਵੇਲੇ ਐਨਆਈ ਨੂੰ ਇਸ ਵੇਲੇ ਦਾ ਨੋਟਿਸ ਨਹੀਂ ਭੇਜਣਾ ਚਾਹੀਦਾ ਸੀ, ਇਹਦਾ ਇੱਕ ਗਲਤ ਮੈਸੇਜ ਜਾਏਗਾ। ਮੈਂ ਦੀਪਕ ਜੀ ਇਹ ਗੱਲ ਕਹਿਣਾ ਜੀ, ਤੁਸੀਂ ਦੇਖੋ ਗੱਲ ਅਸਲ 'ਚ ਇਹ ਹੈ, ਇਹ ਹਰ ਕਿਸੇ ਬੰਦੇ ਦੀ ਆਪਣੀ ਸੋਚ ਹੈ। ਜਦੋਂ ਮੂਵਮੈਂਟਸ ਕੁਝ ਆਣਗੀਆਂ, ਦੇਖੋ ਮੈਂ ਐਨਆਈਏ ਨੂੰ ਥੋੜਾ ਕਲੋਜ਼ਲੀ ਤਾਂ ਕਰਕੇ ਜਾਣਦਾ ਕਿਉਂਕਿ ਮੈਂ 2-4 ਟ੍ਰਾਇਲ ਉਹਨਾਂ ਦੇ ਕੇਸਾਂ ਦੇ ਵਿੱਚ ਲੜੇ ਨੇ। ਮੈਂ ਅਕਿਊਜ਼ਡ ਵੱਲੋਂ ਐਜ਼ ਅ ਲਾਇਰ ਪੇਸ਼ ਹੋਇਆ ਔਰ ਡਿਫੈਂਸ ਲਾਇਰ ਮੈਂ ਐਜ਼ ਉਹਨਾਂ ਦੇ ਟ੍ਰਾਇਲਸ ਦੇ ਵਿੱਚ ਐਜ਼ ਅ ਲਾਇਰ ਮੈਂ ਕੰਮ ਕੀਤਾ। ਸੋ ਮੈਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਨੂੰ ਮੈਂ ਬੜੇ ਕਲੋਜ਼ਲੀ ਵਾਚ ਕੀਤਾ ਹੋਇਆ। ਉਹ ਦੇਖੋ, ਉਹ ਕਿਸੇ ਨੂੰ ਜਲਦੀ ਕਿਤੇ ਅਰੈਸਟ ਵੀ ਨਹੀਂ ਕਰਦੇ, ਪਹਿਲਾਂ ਤਾਂ ਉਹ ਪੂਰੀ ਜਾਂਚ ਪੜਤਾਲ ਕਰਦੇ ਆ। ਜਿਹੜਾ ਹੁਣ ਇਹ ਲੇਟੈਸਟ ਆਪਾਂ ਨੋਟਿਸ ਦੀ ਗੱਲ ਕਰੀਏ, ਜਿਹੜਾ ਮੈਂ ਸੋਸ਼ਲ ਮੀਡੀਆ ਤੇ ਜਿਹੜਾ ਨੋਟਿਸ ਆਇਆ ਸੀਗਾ ਉਹਨੂੰ ਮੈਂ ਦੇਖਿਆ, ਉਹਦੇ ਵਿੱਚ ਉਹਨਾਂ ਨੇ ਇੱਕ ਕੇਸ ਰਜਿਸਟਰ ਕੀਤਾ ਹੋਇਆ 15/12/2020 ਨੂੰ, ਜਿਹਦੇ ਵਿੱਚ ਆਈਪੀਸੀ ਦੇ ਸੈਕਸ਼ਨ ਨੇ, ਯੂਏਪੀਏ ਦੇ ਕੁਝ ਸੈਕਸ਼ਨ ਨੇ, ਔਰ ਜਿਹੜੇ ਉਹ ਸੈਕਸ਼ਨ ਨੇ ਉਹ ਟੈਰਰਿਜ਼ਮ ਨੂੰ ਪ੍ਰਮੋਟ ਕਰਨਾ ਜਾਂ ਟੈਰਰਿਜ਼ਮ ਵਾਸਤੇ ਕਿਸੇ ਨੂੰ ਰਿਕਰੂਟ ਕਰਨਾ ਜਾਂ ਟੈਰਰਿਜ਼ਮ ਵਾਸਤੇ ਫੰਡਿੰਗ ਕਰਨਾ, ਇਹੋ ਜਿਹੇ ਸੈਕਸ਼ਨ ਨੇ। ਜਿਹਦੇ ਚ ਸੈਡੀਸ਼ਨ ਸੈਕਸ਼ਨ ਹੈ, ਕ੍ਰਿਮੀਨਲ ਕਨਸਪੀਰੇਸੀ ਦੇ ਸੈਕਸ਼ਨ ਨੇ। ਸੋ ਗੱਲ ਇਹ ਹੈ ਕਿ ਦੇਖੋ, ਮੈਂ ਗੱਲ ਕਹਿਣਾ ਕਿ ਕੱਲ ਨੂੰ ਤੁਸੀਂ ਹਿੰਦੁਸਤਾਨ ਦੀ 135 ਕਰੋੜ ਜਨਤਾ ਨੂੰ ਜਵਾਬ ਦੇਣਾ ਹੈ ਸਰਕਾਰ ਨੇ, ਤਾਂ ਉਸ ਟਾਈਮ ਤੇ ਇਹ ਨਾ ਕਿਤੇ ਕਹਿਣਾ ਪੈ ਜਾਏ ਵੀ ਤੁਹਾਡੀ ਲਾਪਰਵਾਹੀ ਸੀਗੀ। ਕਿਸਾਨਾਂ ਦੇ ਨਾਲ, ਕਿਸਾਨਾਂ ਦੇ ਸੰਬੰਧੀ ਉਹਦੇ ਇਲੈਕਸ਼ਨ ਜਿਹੜਾ ਕਿਸਾਨ ਬਿੱਲ ਹੈ ਉਹਦੇ ਸੰਬੰਧੀ ਕਿਸਾਨਾਂ ਨਾਲ ਮੀਟਿੰਗਾਂ ਚੱਲ ਰਹੀਆਂ ਨੇ। ਜੋ ਵੀ ਫੈਸਲਾ ਆਊਗਾ ਆਉਣ ਵਾਲੇ ਸਮੇਂ 'ਚ ਉਹ ਆ ਹੀ ਜਾਣਾ ਸਾਹਮਣੇ। ਪਰ ਉਹਦੀ ਆੜ ਦੇ ਵਿੱਚ ਤੁਸੀਂ ਦੇਖੋ, ਇੱਕ ਦੇਸ਼ ਵਿਰੋਧੀ ਸੰਸਥਾ ਨੇ ਇੱਕ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ 2 ਕਰੋੜ ਰੁਪਇਆ ਅਨਾਉਂਸ ਕਰਤਾ ਕਿ ਜਿਹੜਾ ਲਾਲ ਕਿਲੇ ਤੇ ਜਾ ਕੇ ਕਿਸੇ ਸਪੈਸੀਫਿਕ ਇੱਕ ਮੂਵਮੈਂਟ ਦਾ ਝੰਡਾ ਜਾ ਕੇ ਲਾਊਗਾ, ਉਹਨੂੰ 2 ਕਰੋੜ ਰੁਪਇਆ ਦੇਵਾਂਗੇ ਤੇ ਨਾਲੇ ਫੋਰਨ ਦੇ ਵਿੱਚ ਆਪਾਂ ਉਹਨੂੰ ਸੈਟਲ ਕਰਾਂਗੇ। ਮੈਂ ਉਹ ਸ਼੍ਰੀਮਾਨ ਜੀ ਜਿਹੜੇ ਫੋਨ ਕਰਦੇ ਨੇ, ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਦੀਪਕ ਜੀ, ਤੁਸੀਂ ਇਹ ਗੱਲ ਨੋਟ ਕਰਨਾ, ਹਰ ਕਿਸੇ ਦੇ ਫੋਨ ਤੇ, ਤਕਰੀਬਨ ਹਰ ਦੂਜੇ ਵਿਅਕਤੀ ਦੇ ਫੋਨ ਤੇ ਇੰਟਰਨੈਸ਼ਨਲ ਕਾਲਸ ਆਉਂਦੀਆਂ ਜਿਹਦੇ ਵਿੱਚ ਇੱਕ ਸਟੀਰੀਓਟਾਈਪ ਰਿਕਾਰਡਿੰਗ ਕੀਤੀ ਹੋਈ ਹੈ ਤੇ ਇੱਕ ਸ਼੍ਰੀਮਾਨ ਜੀ ਭਾਰਤ ਸਰਕਾਰ ਦੇ ਖਿਲਾਫ ਆਪਣਾ ਜ਼ਹਿਰ ਉਗਲਦੇ ਆ ਔਰ ਹਰ ਦੂਜੇ ਚੌਥੇ ਦਿਨ ਉਹ ਤਕਰੀਬਨ ਲੋਕਾਂ ਨੂੰ ਫੋਨ ਆਉਂਦੇ ਆ। ਹੁਣ ਉਹੀ ਸ਼੍ਰੀਮਾਨ ਜੀ ਨੇ ਮੰਨ ਲਓ ਜੇ 2 ਕਰੋੜ ਰੁਪਏ ਇਨਾਮ ਰੱਖਤਾ, ਤਾਂ ਮੈਂ ਉਹਨਾਂ ਨੂੰ ਕਹਿਣਾ ਕਿ ਜੇ ਤੁਸੀਂ ਇੰਨੇ ਹੀ 2 ਕਰੋੜ ਇਨਾਮ ਦੇਣ ਜੋਗੇ ਹੋ, ਚਲੋ ਤੁਸੀਂ ਆਪ ਆ ਕੇ ਉੱਥੇ ਝੰਡਾ ਲਗਾ ਕੇ ਦਿਖਾਓ ਹਾਂ ਭਲਾ, ਤੁਸੀਂ ਦੇਸ਼ ਦੀ ਏਕਤਾ ਅਖੰਡਤਾ ਨਾਲ ਕਿੱਦਾਂ ਖਿਲਵਾੜ ਕਰ ਸਕਦੇ ਹੋ। ਸੋ ਕਿਸਾਨਾਂ ਦੇ ਅੰਦੋਲਨ ਨੂੰ ਦੂਸਰੇ ਪਾਸੇ ਦੀ ਸ਼ੇਪ ਦੇਣਾ, ਇਹ ਹੀ ਕੱਟੜਪੰਥੀਆਂ ਦੀ ਗਲਤ ਸੋਚ ਹੈ ਔਰ ਇਸੇ ਸੋਚ ਦੇ ਕਰਕੇ ਸਰਕਾਰਾਂ ਨੂੰ ਸਖਤੀ ਵਰਤਣੀ ਪੈਂਦੀ ਹੈ। ਸਰਕਾਰ ਕਿਸਾਨਾਂ ਦੇ ਖਿਲਾਫ ਕੋਈ ਵੀ ਇਹੋ ਜਿਹੀ ਮਤਲਬ ਐਕਸ਼ਨ ਨਹੀਂ ਲੈ ਰਹੀ। ਮੈਂ ਕਹਿੰਦਾ ਜਿਨ੍ਹਾਂ ਨੂੰ ਨੋਟਿਸ ਆਏ ਹੈ, ਮੈਂ ਤੁਹਾਨੂੰ ਦੀਪਕ ਜੀ ਗਰੰਟੀ ਨਾਲ ਕਹਿਣਾ, ਜੇ ਇਹਨਾਂ ਨੂੰ ਨੋਟਿਸ ਆਏ ਜਾ ਕੇ ਜਵਾਬ ਦੇਣ। ਜੇ ਉਹ ਬਿਲਕੁਲ ਠੀਕ ਹੋਣਗੇ ਤਾਂ ਐਨਆਈਏ ਨੇ ਕਿਸੇ ਨੇ ਮੂੰਹ 'ਚ ਨਹੀਂ ਪਾ ਲੈਣਾ। ਗੱਲ ਇਹ ਹੈ ਕਿ ਜੇ ਜਿੰਨਾ ਨਿਗੋਸ਼ੀ ਜੀ, ਇਹ ਦੇਖੋ ਇੱਕ ਗੱਲ ਹੈ ਕਿ ਕਿਸਾਨਾਂ ਦੀ ਵਾਰਤਾ ਲਗਭਗ ਜਿਹੜੀ ਵਿਫਲ ਹੋ ਰਹੀ ਬਾਰ-ਬਾਰ। 19 ਤਰੀਕ ਨੂੰ ਪਰਸੋਂ ਫਿਰ ਇਹਨਾਂ ਨਾਲ ਗੱਲਬਾਤ ਹੋਣੀ ਹੈ ਸੈਂਟਰ ਗਵਰਨਮੈਂਟ ਦੀ ਤੇ ਕਿਸਾਨਾਂ ਦੀ। ਲੱਗਦਾ ਨਹੀਂ, ਉਮੀਦ ਨਹੀਂ ਹੈ ਕਿ ਕਿਉਂਕਿ ਸਰਕਾਰ ਆਪਣੀ ਜਗ੍ਹਾ ਤੇ ਅੜੀ ਹੈ ਵੀ ਅਸੀਂ ਸੰਸ਼ੋਧਨ ਕਰ ਦਿੰਦੇ ਹਾਂ ਤੇ ਕਿਸਾਨ ਆਪਣੀ ਜਗ੍ਹਾ ਤੇ ਅੜੇ ਆ ਵੀ ਅਸੀਂ ਇਹ ਬਿੱਲ ਵਾਪਸ ਕਰਵਾਉਣ ਤੋਂ, ਰੱਦ ਕਰਵਾਉਣ ਤੋਂ ਮਨਜ਼ੂਰ ਹੀ ਨਹੀਂ ਹੈ। ਇਹਨਾਂ ਤੋਂ ਘੱਟ ਸਾਨੂੰ ਕੁਝ 26 ਤਰੀਕ ਨੂੰ ਟਰੈਕਟਰ ਰੈਲੀ ਹੋਣੀ ਹੈ, ਉਸ ਤੋਂ ਠੀਕ ਪਹਿਲੇ ਐਨਆਈ ਦੇ ਨੋਟਿਸ ਆਣਾ, ਕਿਤੇ ਨਾ ਕਿਤੇ ਇਹ ਰੁਕਾਵਟਾਂ ਪਾਉਣ ਦੀ ਗੱਲ ਕਰਨਾ ਹੈ। ਦੇਖੋ ਬਾਰ-ਬਾਰ ਮੈਂ ਕਹਿੰਦਾ, ਤੁਸੀਂ ਤੀਸਰੀ ਵਾਰ ਇਹ ਗੱਲ ਕਰ ਲਈ ਹੈ ਕਿ 26 ਤਰੀਕ ਤੋਂ ਪਹਿਲਾਂ ਹੀ ਐਜੀਟੇਸ਼ਨ ਨੂੰ ਸਪਰੈਸ ਕਰਨਾ। ਨਹੀਂ, ਮੈਂ ਪਹਿਲੀ ਵਾਰ ਸਵਾਲ ਪੁੱਛਿਆ 26 ਤਰੀਕ ਨੂੰ ਤੁਸੀਂ ਇਹ ਮੈਂ ਤੁਹਾਨੂੰ ਬਾਰ-ਬਾਰ ਦੀਪਕ ਜੀ ਇਹ ਗੱਲ ਕਹਿਣਾ ਕਿ ਮੈਂ ਇਹ ਗੱਲ ਮੇਰੀ ਜੋ ਸਮਝ ਕਹਿੰਦੀ ਹੈ, ਬਾਕੀ ਹੋ ਸਕਦਾ ਕਿ ਮੇਰੀ ਸਮਝਦਾਨੀ ਸ਼ਾਇਦ ਲੋਕਾਂ ਨਾਲੋਂ ਘੱਟ ਹੋਊਗੀ, ਪਰ ਜੋ ਮੇਰੀ ਸਮਝ ਕਹਿੰਦੀ ਹੈ ਕਿ ਕਿਸਾਨ ਅੰਦੋਲਨ ਨੂੰ ਜੇ ਸਰਕਾਰ ਨੇ ਸਪਰੈਸ ਕਰਨਾ ਹੁੰਦਾ ਤਾਂ ਸਭ ਤੋਂ ਵੱਡਾ ਜਿਹੜਾ ਤਰੀਕਾ ਸੀਗਾ ਉਹ ਸੀਗਾ ਇੰਟਰਨੈਟ ਬੰਦ ਕਰਨਾ, ਉਹ ਇਹਨਾਂ ਦੇ ਸੋਸ਼ਲ ਮੀਡੀਆ ਬੰਦ ਕਰਨਾ। ਕੋਸ਼ਿਸ਼ ਕੀਤੀ ਗਈ, ਉੱਥੇ ਜੈਮਰ ਲਾਏ ਗਏ, ਉੱਥੇ ਬਾਅਦ ਆਮ ਆਦਮੀ ਪਾਰਟੀ ਨੇ ਆ ਕੇ ਵਾਈਫਾਈ ਦੀ ਸੁਵਿਧਾ ਦਿੱਤੀ। ਦੇਖੋ, ਜੇ ਆਮ ਆਦਮੀ ਪਾਰਟੀ ਨੇ ਸੁਵਿਧਾ ਦਿੱਤੀ ਵਾਈਫਾਈ ਦੀ, ਜੇ ਕੇਂਦਰ ਸਰਕਾਰ ਚਾਹਵੇ ਤਾਂ ਕਿਸੇ ਪਾਰਟੀ ਦੀ ਇੰਨੀ ਹਿੰਮਤ ਨਹੀਂ ਹੁੰਦੀ ਦੀਪਕ ਜੀ ਕਿ ਉੱਥੇ ਵਾਈਫਾਈ ਪ੍ਰੋਵਾਈਡ ਕਰ ਦਿਓ। ਔਰ ਤੁਹਾਨੂੰ ਯਾਦ ਹੋਊਗਾ ਪਿੱਛੇ ਇੱਕ ਬਾਬੇ ਨੂੰ ਸਜ਼ਾ ਹੋਈ ਸੀ ਸਾਲ 2 ਸਾਲ ਪਹਿਲਾਂ, ਤਾਂ ਪੰਜਾਬ, ਹਰਿਆਣੇ ਔਰ ਹਿਮਾਚਲ ਦੇ ਵਿੱਚ 3 ਦਿਨਾਂ ਲਈ ਇੰਟਰਨੈਟ ਬੰਦ ਰਿਹਾ ਸੀਗਾ। ਸੋ ਮੈਂ ਗੱਲ ਕਹਿੰਦਾ ਕਿ ਫਰੀडम ਹੈਗੀ, ਸੰਵਿਧਾਨਿਕ ਰਾਈਟ ਨੇ, ਕਿਸਾਨਾਂ ਦਾ ਹੱਕ ਹੈ, ਆਪਣੇ ਹੱਕ ਮੰਗਣਾ ਉਹਨਾਂ ਦਾ ਇੱਕ ਹੱਕ ਹੈ, ਪਰ ਕਿਸਾਨਾਂ ਦੇ ਨਾਲ ਪੂਰੀ ਹਮਦਰਦੀ ਹੈ, ਅਸੀਂ ਉਹਨਾਂ ਦੇ ਨਾਲ ਸਮਰਥਨ ਕਰਦੇ ਹਾਂ, ਪਰ ਉਹਦੀ ਆੜ ਦੇ ਵਿੱਚ ਕੋਈ ਦੇਸ਼ ਵਿਰੋਧੀ ਤਾਕਤਾਂ ਫਾਇਦਾ ਨਾ ਲੈਣ। ਔਰ ਮੈਂ ਗੱਲ ਕਹਿਣਾ, ਜਿਨ੍ਹਾਂ ਲੋਕਾਂ ਨੂੰ ਨੋਟਿਸ ਆਏ ਨਾ ਜੀ, ਉਹਨਾਂ ਸਾਰਿਆਂ ਨੇ ਦੇਖੋ
ਆਪਣੀ ਪ੍ਰੈਸ ਕਾਨਫਰੰਸ ਕੀਤੀਆਂ। ਮੈਂ ਦੀਪ ਸਿੱਧੂ ਦੀ ਪ੍ਰੈਸ ਕਾਨਫਰੰਸ ਸੁਣਦਾ ਸੀਗਾ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੀ ਲੜਾਈ ਸਿਸਟਮ ਦੇ ਖਿਲਾਫ ਹੈ, ਅਸੀਂ ਸਿਸਟਮ ਦੇ ਖਿਲਾਫ ਲੜਾਈ ਲੜ ਰਹੇ ਹਾਂ, ਇਸ ਕਰਕੇ ਸਾਨੂੰ NIA ਨੇ ਨੋਟਿਸ ਭੇਜਿਆ। ਮੈਂ ਦੀਪ ਸਿੱਧੂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੂੰ ਮੈਨੂੰ ਦੱਸ ਕਿਹੜੇ ਸਿਸਟਮ ਦੇ ਖਿਲਾਫ ਤੂੰ ਲੜਾਈ ਲੜ ਰਿਹਾ। ਜੇ ਤੂੰ ਸਿਸਟਮ ਦੀ ਗੱਲ ਕਰਦਾ ਤੇ ਕਿਸਾਨਾਂ ਦਾ ਬਿੱਲ ਉਹ ਪੂਰੇ ਸਿਸਟਮ ਨੂੰ ਰਿਪਰੈਜ਼ੈਂਟ ਨਹੀਂ ਕਰਦੇ। ਤੁਸੀਂ ਹਿੰਦੁਸਤਾਨ ਦੇ ਸੰਵਿਧਾਨ ਦੀ ਨੂੰ ਚੈਲੰਜ ਕਰਨ ਦੀ ਗੱਲ ਕਰਦੇ ਹੋ, ਤੁਸੀਂ ਹਿੰਦੁਸਤਾਨ ਦੇ ਸਿਸਟਮ ਨੂੰ ਚੈਲੰਜ ਕਰਨ ਦੀ ਗੱਲ ਕਰਦੇ ਹੋ। ਤੁਹਾਡੇ ਅੰਦਰ ਉਹ ਕਟੜਵਾਦਤਾ ਬੋਲਦੀ ਹੈ, ਤੁਹਾਡੇ ਅੰਦਰ ਉਹ ਦੇਸ਼ ਵਿਰੋਧੀ ਤਾਕਤਾਂ ਬੋਲਦੀਆਂ ਨੇ। ਤੁਸੀਂ ਮੈਨੂੰ ਗੱਲ ਦੱਸੋ, ਤੁਸੀਂ ਕਹਿੰਦੇ ਮੈਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਚੈਲੰਜ ਕਰਦਾ ਕਿ ਮੈਂ ਕੋਈ ਦੇਸ਼ ਵਿਰੋਧੀ ਕੰਮ ਨਹੀਂ ਕੀਤਾ, ਫਿਰ ਤੁਹਾਨੂੰ ਡਰ ਕਾਹਦਾ ਲੱਗਦਾ? ਜਾ ਕੇ ਉੱਥੇ ਜਾਂਚ 'ਚ ਸ਼ਾਮਲ ਹੋਵੋ। ਤੁਹਾਨੂੰ ਕਾਹਦਾ ਡਰ ਹੈ ਵੀ ਤੁਹਾਨੂੰ ਅਰੈਸਟ ਕਰ ਲਵਾਂਗੇ? ਕਿਸੇ ਨੂੰ ਕੋਈ ਅਰੈਸਟ ਨਹੀਂ ਕਰੂਗਾ। ਨਹੀਂ ਦੇਖੋ ਗੌਰਸੀ ਜੀ, ਫਿਰ ਮੇਰੀ ਗੱਲ ਹੈ, ਇਹ ਸੈਂਟਰ ਗਵਰਨਮੈਂਟ ਦਾ ਕਹਿਣਾ ਵੀ ਕਿਸਾਨਾਂ ਨੂੰ ਫੰਡਿੰਗ ਹੋ ਰਹੀ ਹੈ, NIA ਨੇ ਇਹਨਾਂ ਨੂੰ ਇਸੇ ਕਰਕੇ ਬੁਲਾਇਆ ਗਿਆ। ਇੱਕ ਫੰਡਿੰਗ ਕੁਝ ਪਾਰਟੀਆਂ ਨੂੰ ਜਦੋਂ ਫੰਡਿੰਗ ਹੁੰਦੀ ਹੈ ਉਹਦਾ ਤਾਂ ਕੋਈ ਵੀ ਲੇਖਾ ਜੋਖਾ ਨਹੀਂ ਦਿੱਤਾ ਜਾਂਦਾ। ਹੁਣ ਇਹ ਕਿਸਾਨਾਂ ਦੇ ਅੰਦੋਲਨ ਨੂੰ ਜੋ ਫੰਡਿੰਗ ਹੋ ਰਹੀ ਹੈ ਇਹਦਾ ਲੇਖਾ ਜੋਖਾ ਮੰਗਿਆ ਜਾ ਰਿਹਾ। ਵੀਰ ਜੀ ਇਦਾਂ ਗੱਲ ਹੈ ਕਿ ਜਿਹੜੀ ਫੰਡਿੰਗ ਹੋ ਰਹੀ ਹੈ ਨਾ ਜੀ, ਬਾਕੀ ਵੀ ਹੋਰ ਵੀ ਫੰਡਿੰਗ ਉੱਥੇ ਲੰਗਰ ਲੱਗੇ ਨੇ, ਇਕੱਲੇ ਇਹੀ ਨਹੀਂ, ਮਤਲਬ ਇਹੀ 50 ਲੋਕ ਨਹੀਂ ਹੈਗੇ, ਉੱਥੇ 5 ਲੱਖ ਲੋਕ ਹੈ। ਤੁਸੀਂ ਮੈਨੂੰ ਇਹ ਗੱਲ ਦੱਸੋ ਕਿ 5 ਲੱਖ ਲੋਕਾਂ ਦੀ ਰੋਜ਼ ਰੋਟੀ ਪਾਣੀ ਦਾ ਖਰਚਾ ਜਾਂ ਜਿਹੜੀ ਹੋਰ ਜਿਹੜੀਆਂ ਸੰਸਥਾਵਾਂ ਉੱਥੇ ਸੇਵਾ ਕਰ ਰਹੀਆਂ ਨੇ ਉਹਨਾਂ ਨੂੰ ਨੋਟਿਸ ਕਿਉਂ ਨਹੀਂ ਗਿਆ? ਨੋਟਿਸ ਸਪੈਸੀਫਿਕਲੀ ਉਹਨਾਂ ਲੋਕਾਂ ਨੂੰ ਗਿਆ ਜਿਨ੍ਹਾਂ ਨੂੰ ਫੋਰਨ ਤੋਂ ਅਨਯੂਜ਼ੁਅਲ ਫੰਡਿੰਗ ਆਈ ਹੈ। ਔਰ ਮੈਂ ਤੁਹਾਨੂੰ ਗਰੰਟੀ ਨਾਲ ਕਹਿਣਾ, ਜੇ ਸੱਚੇ ਨੇ ਤੇ ਫਿਰ ਇਹਨਾਂ ਨੂੰ ਜਾਣ 'ਚ ਕੀ ਪ੍ਰੋਬਲਮ ਹੈ? ਤੁਹਾਨੂੰ ਗੌਰਸੀ ਜੀ ਲੱਗਦਾ ਵੀ ਕੁਝ ਫੋਰਨ ਦੀ ਜਿਹੜੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਬਾਰ-ਬਾਰ ਵੀ ਫੋਰਨ ਤੋਂ ਪੈਸੇ ਆ ਰਹੇ ਆ, 50 ਲੋਕ ਐਸੇ ਹੈ, ਵੀ ਤੁਹਾਨੂੰ ਲੱਗਦਾ ਵੀ ਕੁਝ ਲੋਕ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਵਿਗੜਨ ਦੀ ਬਿਲਕੁਲ। ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਕਿਸਾਨਾਂ ਦੀ ਲੜਾਈ ਕਿਸਾਨ ਬਿੱਲ ਤੱਕ ਸੀਮਿਤ ਹੈ, ਕਿਸਾਨਾਂ ਦੀ ਲੜਾਈ ਆਪਣੇ ਹੱਕਾਂ ਤੱਕ ਸੀਮਿਤ ਹੈ। ਉਹ ਭਾਰਤ ਦੇ ਖਿਲਾਫ ਕੋਈ ਅਲੱਗ ਦੇਸ਼ ਨਹੀਂ ਬਣਾਉਣਾ ਚਾਹੁੰਦੇ, ਉਹ ਪੰਜਾਬ ਨੂੰ ਕੋਈ ਅਲੱਗ ਕੰਟਰੀ ਨਹੀਂ ਬਣਾਉਣਾ ਚਾਹੁੰਦੇ। ਕਿਸਾਨਾਂ ਦੀ ਗੱਲ, ਮੈਂ ਫਿਰ ਬਾਰ-ਬਾਰ ਇੱਕ ਗੱਲ ਕਹਿਣਾ, ਕਿਸਾਨ ਇੱਕ ਸਮੁਦਾਇ ਦੇ ਨਹੀਂ, ਕਿਸਾਨ ਰਾਜਸਥਾਨ ਤੋਂ ਵੀ ਆਏ, ਹਰਿਆਣੇ ਤੋਂ ਵੀ ਆਏ, UP ਤੋਂ ਵੀ ਆਏ, ਮਹਾਰਾਸ਼ਟਰ ਤੋਂ ਵੀ ਆਏ, ਕਿਸਾਨ ਪੂਰੇ ਹਿੰਦੁਸਤਾਨ ਤੋਂ ਆਏ ਨੇ। ਸੋ ਉਹਨਾਂ ਨੂੰ ਵਿਅਕਤੀਗਤ ਇੱਕ ਸਮੁਦਾਇ ਨਾਲ ਜੋੜਨਾ ਔਰ ਇੱਕ ਕੱਟੜਵਾਦ ਸੋਚ ਨਾਲ ਜੋੜਨਾ ਸਭ ਤੋਂ ਵੱਡੀ ਗਲਤੀ ਹੈ। ਔਰ ਮੈਂ ਗੱਲ ਕਹਿਣਾ, ਜਿਹੜੀ ਫੰਡਿੰਗ ਦੀ ਆਪਾਂ ਗੱਲ ਕਰਦੇ ਹਾਂ, ਦੇਖੋ ਮੈਂ ਇਸ ਗੱਲ ਤੋਂ ਡਿਨਾਈ ਨਹੀਂ ਕਰਦਾ ਕਿ ਦੇਸ਼ ਵਿਰੋਧੀ ਤਾਕਤਾਂ ਦਾ ਹਿੰਦੁਸਤਾਨ ਦੇ ਵਿੱਚ ਸ਼ੁਰੂ ਤੋਂ ਐਫਰਟਸ ਕਰਦੀਆਂ ਰਹਿਣਗੀਆਂ ਕਿ ਦੇਸ਼ ਟੁਕੜੇ ਹੋਏ। ਪਰ ਇੱਕ ਕਾਨੂੰਨ ਜਿਹੜਾ ਮੈਂ ਗੱਲ ਕਿਸਾਨ ਕਾਨੂੰਨ ਦੀ ਗੱਲ ਕਰਦੇ ਹਾਂ, 3 ਕਾਨੂੰਨ ਜਿਹੜੇ ਆਏ ਨੇ, ਦੇਖੋ ਹੋ ਸਕਦਾ ਕੱਲ ਨੂੰ ਇਹਨਾਂ 'ਚ ਅਮੈਂਡਮੈਂਟਸ ਵੀ ਮੰਨੀਆਂ ਜਾਣ, ਹੋ ਸਕਦਾ ਇਹ ਵਿਡਰਾਅ ਵੀ ਕਰ ਲਏ ਜਾਣ, ਪਰ ਕਿਸੇ ਦੇਸ਼ ਵਿਰੋਧੀ ਤਾਕਤ ਨੂੰ ਸਿਰ ਚੱਕਣ ਦੀ ਇਜਾਜ਼ਤ ਦੇਣਾ ਸਾਡੇ ਲਈ ਬੜੀ ਸ਼ਰਮਨਾਕ ਗੱਲ ਹੋਊਗੀ। ਅੱਛਾ, ਤੁਸੀਂ ਇਹ ਤਾਂ ਹੋਈ NIA ਦੀ ਗੱਲ, ਤੁਸੀਂ ਅਦਰਵਾਈਜ਼ ਕਿਸਾਨਾਂ ਦੇ ਅੰਦੋਲਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਅੱਜ 52 ਦਿਨ ਹੋ ਗਏ ਨੇ, ਸੈਂਟਰ ਆਪਣੀ ਪ੍ਰਧਾਨ ਮੰਤਰੀ ਜੀ ਨੇ ਇੱਕ ਵਾਰ ਵੀ ਕਿਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਵਾਰ-ਵਾਰ ਇਹ ਕਿਹਾ ਜਾ ਰਿਹਾ ਵੀ ਕੁਝ ਰਾਜਾਂ ਦੇ ਜਿਹੜੇ ਕਿਸਾਨ ਨੇ ਉਹ ਅੰਦੋਲਨ ਕਰ ਰਹੇ ਨੇ, ਬਾਕੀ ਦੇਸ਼ ਦੇ ਕਿਸਾਨ ਇਸ ਹਿੱਤ 'ਚ ਨੇ। ਮੈਂ ਜੀ ਇਹ ਗੱਲ ਕਹਾਂਗਾ ਸਰ ਕਿ ਮੈਂ ਪ੍ਰਧਾਨ ਮੰਤਰੀ ਦਾ ਸਪੋਕਸਮੈਨ ਨਹੀਂ ਹੈਗਾ ਤੇ ਨਾ ਹੀ ਮੈਂ ਮਤਲਬ ਕਿ ਕਿਸੇ BJP ਜਾਂ ਕਿਸੇ ਪੋਲੀਟੀਕਲ ਪਾਰਟੀ ਦੇ ਸਪੋਕਸਮੈਨ ਵਜੋਂ ਗੱਲ ਕਰ ਰਿਹਾ। ਮੈਂ ਤਾਂ ਇੱਕ ਜਨਰਲ ਆਮ ਨਾਗਰਿਕ, ਜਿਹੜਾ ਪੜ੍ਹਿਆ ਲਿਖਿਆ ਨਾਗਰਿਕ ਹੈ, ਜਿਹਨੂੰ ਆਪਣੇ ਅਧਿਕਾਰਾਂ ਬਾਰੇ ਜਾਣਕਾਰੀ ਹੈ। ਨਹੀਂ, ਤੁਸੀਂ ਐਡਵੋਕੇਟ ਹੋ। ਦੇਖੋ ਜਦੋਂ ਤੁਸੀਂ ਐਡਵੋਕੇਟ ਹੋ, ਤੁਸੀਂ ਇਹ ਗੱਲ ਕਰ ਰਹੇ ਹੋ, ਤਾਂ ਇਹ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ ਵੀ ਇਹ ਕਿਉਂ ਇਸ ਤਰ੍ਹਾਂ ਦਾ ਰਵੱਈਆ ਕਿਉਂ ਅਖਤਿਆਰ ਕੀਤਾ ਜਾ ਰਿਹਾ? ਮੈਂ ਗੱਲ ਕਹਿਣਾ, ਮੇਰੇ ਸਾਰੇ ਦਰਸ਼ਕਾਂ ਨੂੰ ਮੇਰੀ ਅਪੀਲ ਹੈ ਕਿ ਕਿਸਾਨ ਅੰਦੋਲਨ ਦਾ ਮੈਂ ਬਹੁਤ ਵੱਡਾ ਹਮਾਇਤੀ ਹਾਂ। ਮੈਂ ਕਿਸਾਨ ਅੰਦੋਲਨ ਦੀ ਸਪੋਰਟ ਕਰਦਾ ਹਾਂ ਕਿਉਂਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਇਹ ਲਿਖਿਆ ਹੈ ਕਿ ਆਪਣੇ ਅਧਿਕਾਰਾਂ ਲਈ ਅੰਦੋਲਨ ਤੁਸੀਂ ਕਰ ਸਕਦੇ ਹੋ। ਤੁਹਾਡੇ ਕੋਲ ਫਰੀडम ਟੂ ਸਪੀਚ ਹੈ, ਫਰੀडम ਟੂ ਰਾਈਟ ਹੈ, ਫਰੀडम ਟੂ ਐਕਸਪ੍ਰੈਸ਼ਨ ਹੈ। ਸੋ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਬਿਲਕੁਲ ਠੀਕ ਹੈ। ਆਪਣੇ ਹੱਕਾਂ ਲਈ ਮੰਗ ਕਰਨਾ ਕੋਈ ਗਲਤ ਗੱਲ ਨਹੀਂ, ਇਹ ਸੰਵਿਧਾਨਕ ਗੱਲਾਂ ਨੇ। ਪਰ ਤੁਹਾਡੀਆਂ ਸੰਵਿਧਾਨਕ ਰਾਈਟਸ ਦੇ, ਤੁਹਾਡੇ ਸੰਵਿਧਾਨਕ ਅੰਦੋਲਨ ਦੇ ਆੜ ਦੇ ਵਿੱਚ ਕੋਈ ਦੇਸ਼ ਧਰੋਹੀ ਤਾਕਤਾਂ ਜੇ ਦੇਸ਼ ਨੂੰ ਨੁਕਸਾਨ ਪਹੁੰਚਾਉਣਾ ਚਾਹਣ ਤਾਂ ਉਹਨਾਂ ਤਾਕਤਾਂ ਨੂੰ ਨਕੇਲ ਪਾਣੀ ਵੀ ਬਹੁਤ ਜ਼ਰੂਰੀ ਹੈ। ਔਰ ਉਹਦੇ ਲਈ ਜੇ NIA ਨੇ ਸਪੋਜ਼ ਕਰੋ ਨੋਟਿਸ ਭੇਜੇ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ NIA ਦੇ ਨਾਲ ਬਹੁਤ ਲਾਗੇ ਰਹਿ ਕੇ ਟ੍ਰਾਇਲ ਦੇਖੇ ਹੈ। NIA ਵਾਲੇ ਪਹਿਲੇ ਨੋਟਿਸ ਭੇਜਦੇ ਨੇ ਔਰ ਇੱਕ ਗੱਲ ਪੱਕੀ ਮੈਂ ਤੁਹਾਨੂੰ ਗੱਲ ਕਹਿਣਾ ਕਿ NIA ਬਿਨਾਂ ਕੌਜ਼ ਤੋਂ ਕਿਸੇ ਨੂੰ ਨੋਟਿਸ ਨਹੀਂ ਭੇਜਦੀ। ਤੇ ਜੇ ਨੋਟਿਸ ਭੇਜਦੀ ਹੈ, ਚਾਹੇ ਉਹ 1% ਸਹੀ, ਚਾਹੇ 0.1% ਹੀ ਸਹੀ, ਉਹਨਾਂ ਨੂੰ ਜੇ ਕਿਤੇ ਸ਼ੱਕ ਹੋਇਆ ਤਾਂ ਤੁਹਾਡਾ ਫਰਜ਼ ਬਣਦਾ ਬਤੌਰ ਲਾਅ ਅਬਾਈਡਿੰਗ ਸਿਟੀਜ਼ਨ, ਭਾਰਤੀ ਹੋਣ ਦੇ ਨਾਤੇ, ਕਿ ਉਹਨਾਂ ਦੇ ਸ਼ੱਕ ਨੂੰ ਦੂਰ ਕਰੋ ਜਾ ਕੇ
ਔਰ ਉਹਨਾਂ ਨੂੰ ਸਪਸ਼ਟੀਕਰਨ ਕਰੋ। ਜੇ ਤੁਹਾਨੂੰ ਫੰਡਿੰਗ ਆਈ ਹੈ, ਤੁਹਾਨੂੰ ਇੱਕ ਫੋਰਨ ਤੋਂ ਫੰਡਿੰਗ ਆਈ ਹੈ, ਤੁਸੀਂ ਕਹਿੰਦੇ ਹੋ ਸਾਨੂੰ ਸਾਡੇ ਭਰਾਵਾਂ ਨੇ ਭੇਜੀ, ਸਾਡੇ ਮਾਮੇ ਨੇ ਭੇਜੀ, ਚਾਚੇ ਨੇ ਭੇਜੀ, ਫੁੱਫੜ ਨੇ ਭੇਜੀ, ਕਿਸੇ ਨੇ ਫੰਡਿੰਗ ਕੀਤੀ ਹੈ, ਤਾਂ ਜਾ ਕੇ ਉਹਨਾਂ ਨੂੰ ਡਿਟੇਲ ਦੇ ਦਿਓ। ਤੁਹਾਨੂੰ ਡਿਟੇਲ ਦੇਣ 'ਚ ਕੀ ਹਰਜ ਹੈ? ਪੈਸੇ ਜੇ ਤੁਹਾਡੇ ਕੋਲ ਆਏ ਨੇ ਤਾਂ ਦੇ ਦਿਓ ਡਿਟੇਲ, ਜੇ ਨਹੀਂ ਆਏ ਤਾਂ ਵੀ ਡਿਟੇਲ ਦੇ ਦਿਓ ਕਿ ਪੈਸੇ ਸਾਡੇ ਕੋਲ ਨਹੀਂ ਆਏ। ਆਪਣੀ ਸੱਚ ਮੈਨੂੰ ਇਹ ਗੱਲ ਦੱਸੋ। ਇੱਕ ਪਾਸੇ ਤੁਸੀਂ ਇਹ ਗੱਲਾਂ ਕਰਦੇ ਹੋ ਕਿ ਅਸੀਂ ਜੀਣ ਮਰਨ ਵਾਸਤੇ ਉੱਥੇ ਆਏ ਹਾਂ, ਤੇ ਤੁਹਾਨੂੰ ਹੁਣ NIA ਦੇ ਨੋਟਿਸ ਤੋਂ भी डर लगने लग पे। ये थे एडवोकेट संदीप गौरसी, जिनका कहना है कि यदि केंद्र सरकार की NIA एजेंसी की ओर से कुछ लोगों को नोटिस जारी किया गया है, जो वहां पर किसान, उन्हें शक है कि किसान आंदोलन में बैठकर फंडिंग कर रहे हैं और ये फंडिंग उन्हें विदेशों से हो रही है, और ये तो उन्हें इस नोटिस को फेस करना चाहिए, क्योंकि अगर वो गलत हैं और किसी अलगाववादियों के हाथ में नहीं खेल रहे हैं तो फिर उन्हें इस बात का कोई डर नहीं होना चाहिए, क्योंकि हमारे देश की एजेंसी है और हमारी देश की सुरक्षा एजेंसियों को पूरा अधिकार है कि वह देश की सुरक्षा और नागरिकों की सुरक्षा को यकीनी बनाए। इनका यह भी कहना है कि वह किसान आंदोलन के खिलाफ नहीं है, लोकतांत्रिक तरीके से ही किसान अपनी मांग रख रहे हैं, वो एक अलग विषय है। और NIA की तरफ से जो नोटिस जारी किया गया है लोगों को, वो एक अलग विषय है। अमृतसर से D4 न्यूज के लिए दीपक भंडारी की खास रिपोर्ट।